ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ 865 ਅੰਗ ਤੇ ਆਪ ਜੀ ਸਰਵਣ ਕਰ ਰਹੇ ਹੋ। 11 ਸ਼ਬਦ ਰਾਗ ਗੋਂਡ ਦੇ ਪਿੱਛੇ ਸੰਪੰਨ ਹੋ ਚੁੱਕੇ ਹਨ। 12ਵਾਂ ਸ਼ਬਦ ਰਾਗ ਗੋਂਡ ਦਾ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਂਡ ਮਹੱਲਾ ਪੰਜਵਾ। ਕਾਲ ਕਲੇਸ਼ ਮਿਟੇ ਹਰ ਨਾਏ। ਗੋਂਡ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਕਲ ਕਲੇਸ਼ ਮਿਟੇ ਹਰ ਨਾਏ। ਕਲਯੁਗ ਦੇ ਇਸ ਸਮੇਂ ਵਿੱਚ ਜਿਤਨੇ ਕਲੇਸ਼ ਇਸ ਜੀਵ ਦੇ ਗਲ ਪਏ ਹੋਏ ਨੇ, ਕਲਯੁਗ ਦੇ ਕਲੇਸ਼, ਕਲ ਕਲੇਸ਼ ਦਾ ਮਤਲਬ ਕਲਯੁਗ ਦੇ ਕਲੇਸ਼। ਕਲਯੁਗ ਦੇ ਕਲੇਸ਼ ਕਿਹੜੇ ਨੇ? ਜਿੰਨੇ ਵਿਕਾਰ ਨੇ ਸਭ ਕਲਯੁਗ ਦੇ ਕਲੇਸ਼ ਨੇ। ਇਹ ਸਾਰੇ ਜੀਵਾਂ ਦੇ ਗਲਾਂ ਵਿੱਚ ਪਏ ਹੋਏ। ਪਾਤਸ਼ਾਹ ਕਹਿੰਦੇ ਜਿੰਨੇ ਵੀ ਕਲੇਸ਼ ਨੇ ਹਰੀ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨਾਲ ਮਿਟ ਜਾਂਦੇ ਹਨ। ਕਲ ਕਲੇਸ਼ ਮਿਟੇ ਹਰ ਨਾਏ। ਹਰੀ ਦੇ ਨਾਮ ਨਾਲੇ ਸਾਰੇ ਕਲੇਸ਼ ਮਿਟ ਜਾਂਦੇ ਨੇ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ। ਜਿੱਥੇ ਹਰੀ ਦਾ ਭਜਨ ਹੁੰਦਾ, ਜਿੱਥੇ ਹਰੀ ਦੇ ਨਾਮ ਦਾ ਸਿਮਰਨ ਹੁੰਦਾ, ਪਾਤਸ਼ਾਹ ਕਹਿੰਦੇ ਉੱਥੋਂ ਸਾਰੇ ਉਪਦਰਵ, ਸਾਰੀਆਂ ਲੜਾਈਆਂ, ਸਾਰੇ ਕਲੇਸ਼, ਸਾਰੇ ਝਗੜੇ ਦੂਰ ਹੋ ਜਾਂਦੇ ਨੇ। ਗਤ ਦਾ ਮਤਲਬ ਭੱਜ ਜਾਂਦੇ ਨੇ। ਇਹ ਕਲੇਸ਼ ਜੀਵ ਦੇ ਗਲ ਪਏ ਹੀ ਤਾਂ ਨੇ ਕਿਉਂਕਿ ਇਹ ਹਰੀ ਦੇ ਨਾਮ ਤੋਂ ਟੁੱਟਿਆ ਹੋਇਆ। ਕਦੇ ਕਾਮ ਆ ਕੇ ਕਲੇਸ਼ ਪਾ ਲੈਂਦਾ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ, ਕਦੇ ਈਰਖਾ। ਇਹ ਕਲੇਸ਼ ਹੀ ਨੇ ਸਾਰੇ। ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨਾਲ ਪਾਤਸ਼ਾਹ ਕਹਿੰਦੇ ਕਲਯੁਗ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ। ਜਦੋਂ ਜਪੀਏ ਸਤਿਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਸਾਰੇ ਕਲੇਸ਼ ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੇ ਪ੍ਰਤਾਪ ਸਦਕਾ ਮਿਟ ਜਾਂਦੇ ਹਨ। ਦੁੱਖ ਬਿਨਸੇ ਸੁਖ ਕੀਨੋ ਠਾਓ। ਕਹਿੰਦੇ ਦੁੱਖ ਬਿਨਸ ਜਾਂਦੇ ਹਨ ਨਾਮ ਦੇ ਪ੍ਰਤਾਪ ਨਾਲ। ਦੁੱਖ ਬਿਨਸਦੇ ਨੇ, ਸੁੱਖਾਂ ਨੇ ਘਰ 'ਚ ਟਿਕਾਣਾ ਕਰ ਲਿਆ। ਸੁੱਖਾਂ ਨੇ ਆ ਕੇ ਟਿਕਾਣਾ ਬਣਾ ਲਿਆ ਤੇ ਦੁੱਖ ਬਿਨਸ ਗਏ। ਸੁਖ ਕੀਨੋ ਠਾਓ। ਸੁੱਖਾਂ ਨੇ ਆ ਕੇ ਇਹਦੇ ਹਿਰਦੇ ਰੂਪੀ ਘਰ ਵਿੱਚ ਆਪਣੀ ਜਗ੍ਹਾ ਬਣਾ ਲਈ, ਥਾਂ ਬਣਾ ਲਈ। ਕਿਉਂਕਿ ਜਦੋਂ ਦੁੱਖਾਂ ਦਾ ਡੇਰਾ ਦੂਰ ਹੋਇਆ ਤੇ ਉੱਥੇ ਸੁੱਖਾਂ ਨੇ ਡੇਰਾ ਕਰ ਲਿਆ। ਜਦੋਂ ਦੁੱਖ ਪਾਪ ਦਾ ਡੇਰਾ ਢਾਠਾ, ਦੁੱਖਾਂ ਤੇ ਪਾਪਾਂ ਦਾ ਕਲੇਸ਼ਾਂ ਦਾ ਡੇਰਾ ਢੱਠ ਗਿਆ ਤੇ ਫਿਰ ਉੱਥੇ ਸੁੱਖਾਂ ਨੇ ਆ ਕੇ ਆਪਣਾ ਡੇਰਾ ਕਰ ਲਿਆ। ਹੁਣ ਉੱਥੇ ਸੁੱਖ ਹੀ ਸੁੱਖ ਹੈ। ਉਸ ਸੁਖ ਘਰ ਵਿੱਚ ਪਹੁੰਚ ਕੇ ਮਹਾਰਾਜ ਭਗਤ ਰਵਿਦਾਸ ਜੀ ਕਹਿੰਦੇ ਬੇਗਮ ਪੁਰਾ ਸ਼ਹਿਰ ਕੋ ਨਾਉ। ਹੁਣ ਉੱਥੇ ਕੋਈ ਗਮ ਨਹੀਂ। ਜਿੱਥੇ ਸ਼ਹਿਰ 'ਚ ਜਿਹੜੇ ਟਿਕਾਣੇ ਤੇ ਮੈਂ ਰਹਿਣਾ ਉੱਥੇ ਕੋਈ ਦੁੱਖ ਹੀ ਨਹੀਂ। ਹਾਂਜੀ,
ਜਪ ਜਪ ਅੰਮ੍ਰਿਤ ਨਾਮ ਅਗਾਏ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪ ਜਪ ਕੇ ਅਗਾਏ, ਮੈਂ ਰੱਜ ਗਿਆ, ਤ੍ਰਿਪਤ ਹੋ ਗਿਆ, ਕਿਸੇ ਪਦਾਰਥ ਦੀ ਤ੍ਰਿਸ਼ਨਾ ਹੀ ਨਹੀਂ ਰਹੀ, ਕਿਸੇ ਵਸਤੂ ਦੀ ਕਾਮਨਾ ਤੇ ਵਾਸ਼ਨਾ ਹੀ ਪੈਦਾ ਨਹੀਂ ਹੁੰਦੀ ਹੁਣ, ਕਿਉਂਕਿ ਹਰੀ ਦੇ ਅੰਮ੍ਰਿਤ ਨਾਮ ਨੂੰ ਜਪ ਕੇ ਮੈਂ ਅਗਾਏ, ਰੱਜ ਗਿਆ ਹਾਂ, ਤ੍ਰਿਪਤ ਹੋ ਗਿਆ ਹਾਂ। ਸੰਤ ਪ੍ਰਸਾਦ ਸਗਲ ਫਲ ਪਾਏ। ਇਹ ਭਾਈ ਸੰਤ ਜਨਾਂ ਦੀ ਕਿਰਪਾ ਨਾਲ ਸਾਰੇ ਫਲ ਪ੍ਰਾਪਤ ਹੋ ਜਾਂਦੇ। ਸੰਤ ਪ੍ਰਸਾਦ, ਸਤਿਪੁਰਸ਼ਾਂ ਦੀ ਸੰਗਤ ਨਾਲ, ਉਹਨਾਂ ਦੀ ਕਿਰਪਾ ਨਾਲ ਸਰਬ ਪ੍ਰਕਾਰ ਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। RAM ਜਪਤ ਜਨ ਪਾਰ ਪਰੇ। ਪਾਤਸ਼ਾਹ ਕਹਿੰਦੇ ਜਿਹੜੇ RAM ਦੇ ਨਾਮ ਨੂੰ ਜਪਦੇ ਨੇ ਉਹ ਇਸ ਭਾਵ ਸਾਗਰ ਤੋਂ ਪਾਰ ਉਤਰ ਜਾਂਦੇ ਨੇ। ਜਿਹੜੇ RAM ਦੇ ਨਾਮ ਨੂੰ ਜਪਦੇ ਹਨ ਉਹ ਜਨ ਪਾਰ ਉਤਰੇ ਹਨ। ਜਨਮ ਜਨਮ ਕੇ ਪਾਪ ਹਰੇ। ਉਹਨਾਂ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਹਰੇ ਗਏ। ਹਰੇ ਦਾ ਮਤਲਬ ਨਸ਼ਟ ਹੋ ਗਏ। ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਨਿਰਵਿਰਤ ਹੋ ਗਏ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪੂਰੀ ਸ਼ਿੱਦਤ ਨਾਲ, ਪੂਰੀ ਇਕਾਗਰਤਾ ਨਾਲ ਧਿਆਉਣਾ ਕੀਤਾ ਹੈ। ਇੱਕ ਵਾਰ ਕਹਿਣ ਨਾਲ ਹੀ, ਇੱਕ ਵਾਰ ਹੀ ਕਹਿਣ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਹਰੇ ਗਏ। ਰਹਾਉ ਗੁਰ ਕੇ ਚਰਨ ਹਿਰਦੈ ਔਰ ਧਾਰੇ। ਇਹ ਭਾਈ ਗੁਰੂ ਪਾਤਸ਼ਾਹ ਦੇ ਜੋ ਸੋਹਣੇ ਜਿਹੇ ਚਰਨ ਹਨ ਉਹ ਮੈਂ ਆਪਣੇ ਹਿਰਦੇ 'ਚ ਵਸਾਉਂਦਾ ਹਾਂ, ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹਾਂ। ਆਗਨ ਸਾਗਰ ਤੇ ਉਤਰੇ ਪਾਰੇ। ਜਿਨ੍ਹਾਂ ਨੇ ਗੁਰੂ ਦੇ ਚਰਨ ਆਪਣੇ ਹਿਰਦੇ 'ਚ ਵਸਾਏ ਹਨ ਉਹ ਇਸ ਅੱਗ ਦੇ ਸਾਗਰ ਤੋਂ, ਇਸ ਅੱਗ ਦੇ ਸਮੁੰਦਰ ਤੋਂ ਪਾਰ ਉਤਰ ਗਏ ਨੇ। ਅਗਨ ਸਾਗਰ ਤੇ ਉਤਰੇ ਪਾਰੇ। ਆਹ ਸੰਸਾਰ ਅੱਗ ਦਾ ਸਾਗਰ ਹੈ। ਜਿਨ੍ਹਾਂ ਜਿਨ੍ਹਾਂ ਨੇ ਗੁਰੂ ਚਰਨਾਂ ਦਾ ਆਸਰਾ ਲਿਆ ਉਹ ਇਸ ਅੱਗ ਦੇ ਸਾਗਰ ਤੋਂ ਪਾਰ ਉਤਰ ਗਏ। ਜਨਮ ਮਰਨ ਸਭ ਮਿਟੇ ਉਪਾਦ। ਜੰਮਣਾ ਮਰਨਾ, ਫੇਰ ਜੰਮਣਾ ਫੇਰ ਮਰਨਾ, ਇਹ ਬੜੀ ਵੱਡੀ ਉਪਾਧੀ ਹੈ, ਇਹ ਬੜਾ ਵੱਡਾ ਝਗੜਾ ਹੈ, ਉਪਦਰਵ ਹੈ ਜਿਹੜਾ ਜੀਵ ਦੇ ਗਲ ਪਿਆ ਹੋਇਆ। ਪਾਤਸ਼ਾਹ ਕਹਿੰਦੇ ਜਿਹੜਾ ਹਰੀ ਦੇ ਨਾਮ ਦੇ ਜਾਪ ਨੂੰ ਜਪਦਾ ਔਰ ਗੁਰੂ ਦੇ ਚਰਨਾਂ ਦਾ ਆਸਰਾ ਗ੍ਰਹਿਣ ਕਰਦਾ, ਉਹਦੀ ਜਨਮ ਤੇ ਮਰਨ ਦੀ ਉਪਾਧੀ ਮਿਟ ਜਾਂਦੀ ਹੈ, ਬਿਨਸ ਜਾਂਦੀ ਹੈ। ਆਕਾਸ਼ ਹੈ ਨਾ ਖਾਲੀ, ਇਹਦੇ 'ਚ ਘੁਮਿਆਰ ਘੜਾ ਬਣਾ ਦਿੰਦਾ। ਜਦੋਂ ਘੜਾ ਬਣਾ ਦਿੰਦਾ ਤੇ ਘੜੇ ਵਿੱਚ ਜਿਹੜੀ ਖਾਲੀ ਜਗ੍ਹਾ ਉਹ ਹੈ ਆਕਾਸ਼, ਉਹਨੂੰ ਕਹਿੰਦੇ ਘਟਾ ਆਕਾਸ਼। ਜਦੋਂ ਤੱਕ ਉਹ ਘੜੇ ਦੀ ਉਪਾਧੀ ਆ ਉਦੋਂ ਤੱਕ ਉਹ ਅੰਦਰਲਾ ਆਕਾਸ਼ ਬਾਹਰਲੇ ਆਕਾਸ਼ ਨਾਲੋਂ ਵੱਖਰਾ। ਪਰ ਜਦੋਂ ਕੋਈ ਡੰਡਾ ਲੈ ਕੇ ਉਸ ਘੜੇ ਨੂੰ ਤੋੜ ਦੇਵੇ ਉਹਦੇ ਵਿੱਚ ਦਾ ਆਕਾਸ਼ ਮਹਾ ਆਕਾਸ਼ ਵਿੱਚ ਵਿਲੀਨ ਹੋ ਜਾਂਦਾ। ਇਸੇ ਤਰ੍ਹਾਂ ਜਨਮ ਤੇ ਮਰਨ ਉਹ ਘੜਾ ਹੈ ਜਿਹਦੇ ਵਿੱਚ ਸਾਡੀ ਜੀਵਾਤਮਾ ਪਈ ਹੋਈ ਹੈ, ਉਸ ਅਕਾਲ ਪੁਰਖ ਤੋਂ ਵਿਛੜੀ ਹੋਈ। ਗੁਰੂ ਨੇ ਤਰਸ ਕਰਕੇ ਜਦੋਂ ਜਨਮ ਮਰਨ ਰੂਪੀ ਉਸ ਘੜੇ ਨੂੰ ਤੋੜ ਦੇਣਾ ਤੇ ਫੇਰ ਇਹਦੇ ਅੰਦਰ ਦੀ ਚੇਤਨਾ ਉਸ ਮਹਾ ਚੇਤਨਾ ਵਿੱਚ ਅਕਾਲ ਪੁਰਖ ਵਿੱਚ ਮਿਲ ਕੇ ਸदैवी ਤੌਰ ਤੇ ਅਭੇਦ ਹੋਵੇਗੀ ਔਰ ਇਹ ਜਨਮ ਮਰਨ ਤੋਂ ਮੁਕਤ ਹੋ ਜਾਵੇਗਾ। ਹਾਂਜੀ, ਪ੍ਰਭ ਸਿਉ ਲਾਗੀ ਸਹਜ ਸਮਾਦ। ਜਦੋਂ ਜਨਮ ਤੇ ਮਰਨ ਦੀ ਉਪਾਧੀ ਮਿਟ ਗਈ ਤਾਂ ਪਾਤਸ਼ਾਹ ਕਹਿੰਦੇ ਫਿਰ ਇਹਦੀ ਸਮਾਧ ਉਸ ਪ੍ਰਭੂ ਦੇ ਸਵਰੂਪ ਵਿੱਚ ਲੱਗ ਗਈ। ਪ੍ਰਭ ਸਿਉ ਲਾਗੀ ਸਹਿਜ ਸਮਾਧ, ਇਹਨੂੰ ਸਹਿਜ ਸਮਾਧ ਕਹਿੰਦੇ ਆ, ਜਿਹੜੀ ਸੁੱਤੇ ਸਿੱਧ ਲੱਗੀ ਰਹੇ, ਸੁਭਾਵਕ ਹੀ ਲੱਗੀ ਰਹੇ, ਬੈਠਿਆਂ ਵੀ, ਟੁਰਦਿਆਂ ਵੀ, ਬੋਲਦਿਆਂ ਵੀ, ਖਾਂਦਿਆਂ ਵੀ, ਕੋਈ ਵੀ ਕਿਰਤ ਕਰਦਿਆਂ ਹਰ ਵੇਲੇ ਹੀ ਉਸ ਪ੍ਰਭੂ ਦੇ ਚਰਨਾਂ ਨਾਲ ਸੁਰਤ ਲੱਗੀ ਰਹੇ, ਉਹਨੂੰ ਕਹਿੰਦੇ ਨੇ ਸਹਿਜ ਸਮਾਧ। ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ।
ਐਸੀ ਸਹਿਜ ਦੀ ਸਮਾਧੀ ਉਹਨਾਂ ਦੀ ਸदैवी ਕਾਲ ਲਈ ਲੱਗ ਜਾਂਦੀ ਹੈ। ਥਾਨ ਥਨੰਤਰ ਏਕੋ ਸੁਆਮੀ। ਥਾਨ ਆ ਥਾਂ ਜਿੱਥੇ ਬੈਠੇ ਆ, ਥਾਨ ਅੰਤਰ ਇਸ ਥਾਂ ਤੋਂ ਇਲਾਵਾ ਹੋਰ ਜਿਤਨੀਆਂ ਥਾਵਾਂ ਨੇ, ਕਹਿੰਦੇ ਉਹ ਸੁਆਮੀ ਸਰਬ ਥਾਵਾਂ ਤੇ ਰਹਿੰਦਾ ਹੈ। ਥਾਨ ਥਨੰਤਰ, ਇਹ ਥਾਂ ਤੇ ਔਰ ਥਾਣਾ ਤੋਂ ਅੰਤਰੇ ਏਕੋ ਸੁਆਮੀ। ਹੈ ਭਾਈ ਇੱਕੋ ਸੁਆਮੀ ਹੈ, ਸਰਬ ਥਾਈ ਸਰਬ ਜਗਾਵਾਂ ਤੇ ਇੱਕ ਸੁਆਮੀ ਵਰਤਦਾ ਹੈ। ਸਗਲ ਘਟਾ ਕਾ ਅੰਤਰ ਜਾਮੀ। ਫਿਰ ਉਹ ਸਾਰੇ ਘਟਾਂ ਦੇ ਅੰਦਰ ਦੀ ਜਾਣਨ ਵਾਲਾ ਅੰਤਰਜਾਮੀ ਹੈ। ਸਭ ਦੇ ਘਟਾਂ ਦੇ ਅੰਦਰ ਕਿਸ ਦੇ ਹਿਰਦੇ 'ਚ ਕੀ ਵਰਤਦਾ ਉਹ ਸੁਆਮੀ ਜਾਣਦਾ, ਅੰਤਰਜਾਮੀ ਹੈ। ਕਰ ਕਿਰਪਾ ਜਾ ਕਉ ਮਤ ਦੇ। ਪਰਮੇਸ਼ਰ ਕਿਰਪਾ ਕਰਕੇ ਜਿਸ ਨੂੰ ਅਕਲ ਦਿੰਦਾ ਹੈ, ਜਿਸ ਨੂੰ ਮਤ ਦਿੰਦਾ, ਸਦ ਬੁੱਧੀ ਪ੍ਰਦਾਨ ਕਰਦਾ ਹੈ। ਆਠ ਪਹਿਰ ਪ੍ਰਭ ਕਾ ਨਾਉ ਲੇ। ਉਹ ਅੱਠੇ ਪੈਰ ਉਸ ਪ੍ਰਭੂ ਦਾ ਨਾਮ ਲੈਂਦਾ, ਅੱਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਦਾ। ਜਿਹਨੂੰ ਸਤਿਗੁਰੂ ਜੀ ਮਤ ਦਿੰਦੇ ਨੇ ਉਹ ਅੱਠੇ ਪੈਰ ਉਸ ਪ੍ਰਭੂ ਦੇ ਨਾਮ ਦੀ ਆਰਾਧਨਾ ਕਰਦਾ ਹੈ। ਜਾ ਕੈ ਅੰਤਰ ਵਸੈ ਪ੍ਰਭ ਆਪ। ਜਿਸ ਦੇ ਅੰਦਰ ਉਹ ਹਰੀ ਪ੍ਰਭੂ ਆਪ ਵਸਦਾ, ਜਿਸ ਦੇ ਅੰਦਰ ਉਹ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆਪ ਵਸਦੇ ਹਨ। ਤਾ ਕੈ ਹਿਰਦੈ ਹੋਏ ਪ੍ਰਗਾਸ। ਉਹਦੇ ਹਿਰਦੇ 'ਚ ਸਰਬ ਪ੍ਰਕਾਰ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਿਹਦੇ ਹਿਰਦੇ 'ਚ ਪ੍ਰਭੂ ਆਪ ਵਸੇ, ਸਾਖਸ਼ਾਤਕਾਰ ਹੋ ਜਾਏ, ਉਹਦੇ ਅੰਦਰ ਫਿਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਭਗਤ ਭਾਏ ਹਰ ਕੀਰਤਨ ਕਰੀਐ। ਪ੍ਰੇਮਾ ਭਗਤੀ ਦੇ ਸਹਿਤ ਹੇ ਭਾਈ ਹਰੀ ਦਾ ਕੀਰਤਨ ਕਰੀਏ, ਪ੍ਰੇਮ ਸਹਿਤ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਸਿੱਖਾਂ ਨੂੰ, ਸਿੱਖੋ ਕਥਾ ਮਾਂ ਹੈ ਔਰ ਕੀਰਤਨ ਪੁੱਤਰ ਹੈ। ਕਥਾ ਮਾਂ ਹੈ ਔਰ ਕੀਰਤਨ ਪੁੱਤਰ ਹੈ। ਸਿੱਖਾਂ ਬੇਨਤੀ ਕੀਤੀ ਗਰੀਬ ਨਵਾਜ, ਜੇ ਕਥਾ ਮਾਂ ਹੈ ਤੇ ਕੀਰਤਨ ਪੁੱਤਰ ਹੈ, ਫਿਰ ਕਥਾ ਦਾ ਘਰ ਵਾਲਾ ਤੇ ਕੀਰਤਨ ਦਾ ਪਿਤਾ ਕੌਣ ਹੋਇਆ? ਫਿਰ ਤਾਂ ਇਹ ਵੀ ਸਵਾਲ ਹੈ। ਤੋ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬੜਾ ਯੋਗ ਤੇ ਸਹੀ ਸਵਾਲ ਹੈ। ਪਾਤਸ਼ਾਹ ਕਹਿੰਦੇ ਕੀਰਤਨ ਦਾ ਪਿਤਾ ਔਰ ਕਥਾ ਦਾ ਘਰ ਵਾਲਾ ਹੈ ਪ੍ਰੇਮ। ਪ੍ਰੇਮ ਹੈ ਤੇ ਕਥਾ ਸੋਭਦੀ ਹੈ, ਪ੍ਰੇਮ ਹੈ ਤੇ ਕੀਰਤਨ ਸੋਭਦਾ। ਪਾਤਸ਼ਾਹ ਕਹਿੰਦੇ ਪ੍ਰੇਮ ਸਹਿਤ ਪਰਮੇਸ਼ਰ ਦਾ ਕੀਰਤਨ ਕਰੀਏ, ਪ੍ਰੇਮਾ ਭਗਤੀ ਸਹਿਤ ਭਗਤ ਭਾਏ, ਪ੍ਰੇਮਾ ਭਗਤੀ ਸਹਿਤ ਹਰ ਕੀਰਤਨ ਕਰੀਏ, ਹਰੀ ਪਰਮੇਸ਼ਰ ਦਾ ਕੀਰਤਨ ਕਰੀਏ। ਜਪ ਪਾਰ ਬ੍ਰਹਮ ਨਾਨਕ ਨਿਸਤਰੀਐ। ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਪਾਰ ਬ੍ਰਹਮ ਦਾ ਜਾਪ ਜਪੀਏ, ਜਿਸ ਦੇ ਜਾਪ ਨੂੰ ਜਪ ਕੇ ਇਸ ਭਵ ਸਾਗਰ ਤੋਂ ਤਰ ਜਾਈਦਾ, ਇਸ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਇਸ ਕਰਕੇ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਜਾਪ ਜਪੋ। ਗੋਂਡ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਰਾਗ ਗੋਂਡ ਵਿੱਚ ਸ਼ਬਦ ਉਚਾਰਦੇ ਹਨ। ਗੁਰ ਕੇ ਚਰਨ ਕਮਲ ਨਮਸਕਾਰ। ਮੈਂ ਆਪਣੇ ਗੁਰੂ ਦੇ ਚਰਨ ਕਮਲਾਂ ਤੇ ਨਮਸਕਾਰ ਕਰਦਾ ਹਾਂ, ਬਾਰ-ਬਾਰ ਆਪਣੇ ਗੁਰੂ ਨੂੰ ਨਮਾਮ ਕਰਦਾ ਹਾਂ। ਬਾਰ-ਬਾਰ ਜਿੰਨੀ ਵਾਰ ਮਹਾਰਾਜ ਜੀ ਦੇ ਦਰਬਾਰ ਵਿੱਚ ਆਈਏ, ਓਨੀ ਵੇਰੀ ਗੁਰੂ ਸਾਹਿਬ ਨੂੰ ਨਮਸਕਾਰ ਕਰਨੀ ਚਾਹੀਏ। ਜਿੰਨੀ ਵੇਰੀ ਵੀ ਆਈਏ, ਬਾਰ-ਬਾਰ ਕਰੀਏ ਗੁਰੂ ਨੂੰ ਨਮਸਕਾਰ, ਬਾਰ-ਬਾਰ ਗੁਰੂ ਨੂੰ ਵੰਦਨਾ ਹੈ। ਕਾਮ ਕ੍ਰੋਧ ਇਸ ਤਨ ਤੇ ਮਾਰ। ਔਰ ਹੈ ਭਾਈ ਗੁਰੂ ਦੇ ਚਰਨ ਕਮਲਾਂ ਤੇ ਨਮਸਕਾਰ ਕਰਕੇ ਆਪਣੇ ਇਸ ਤਨ ਵਿੱਚੋਂ ਕਾਮ ਤੇ ਕ੍ਰੋਧ ਨੂੰ ਮਾਰ, ਇਹਨਾਂ ਨੂੰ ਨਿਰਵਿਰਤ ਕਰ। ਕਾਮ ਤੇ ਕ੍ਰੋਧ ਦਾ ਆਪਣੇ ਹਿਰਦੇ ਚੋਂ ਤਿਆਗ ਕਰ। ਹੋਏ ਰਹੀਐ ਸਗਲ ਕੀ ਰੀਨਾ। ਇਹ ਭਾਈ ਸਭ ਦੇ ਚਰਨਾਂ ਦੀ ਰੇਣ ਤੇ ਧੂੜੀ ਬਣ ਕੇ ਰਹਿ। ਹੋਏ ਰਹੀਐ ਸਗਲ ਕੀ ਰੀਨਾ, ਸਭ ਦੇ ਚਰਨਾਂ ਦੀ ਖਾਕ
ਤੇ ਧੂੜੀ ਬਣ ਕੇ ਰਹਿਣਾ ਕਰ ਭਾਵ ਹਲੀਮੀ ਤੇ ਬਨਿਮਰਤਾ ਨੂੰ ਧਾਰਨ ਕਰ। ਘਾਟ ਘਾਟ ਰਮਈਆ ਸਭ ਮਹਿ ਚੀਨਾ। ਕਹਿੰਦਾ ਜੀ ਕਿਵੇਂ ਬਣਾ ਸਭ ਦੇ ਚਰਨਾਂ ਦੀ ਧੂੜੀ। ਫਲਾਣੇ ਚੋਰ ਨੇ, ਫਲਾਣੇ ਠੱਗ ਨੇ, ਫਲਾਣੇ ਆ ਨੇ, ਫਲਾਣੇ ਆ ਨੇ, ਮੈਂ ਕਿਵੇਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ ਜੀ। ਪਾਤਸ਼ਾਹ ਕਹਿੰਦੇ ਵੀ ਤੈਨੂੰ ਠੱਗ ਨਾ ਦਿਸਣ, ਤੈਨੂੰ ਚੋਰ ਨਾ ਦਿਸਣ, ਤੈਨੂੰ ਪਾਪੀ ਨਾ ਦਿਸਣ, ਤੂੰ ਇਹ ਵੇਖ ਕਿ ਇਹਨਾਂ ਸਾਰਿਆਂ ਦੇ ਘਟਾਂ ਵਿੱਚੋਂ ਰੱਬ ਵਸਦਾ। ਇਹ ਸਮਝ ਕੇ ਵੀ ਮੈਂ ਰੱਬ ਦੇ ਚਰਨਾਂ ਦੀ ਖਾਕ ਆ, ਨਾ ਕਿ ਬੰਦਿਆਂ ਦੀ। ਇਹਨਾਂ ਬੰਦਿਆਂ ਵਿੱਚ ਤਾਂ ਪਰਮੇਸ਼ਰ ਹੀ ਵਸਦਾ ਨਾ, ਤੇ ਤੈਨੂੰ ਕਿਉਂ ਵੱਖਰੇ ਵੱਖਰੇ ਨਜ਼ਰ ਆਉਂਦੇ ਆ। ਘਾਟ ਘਾਟ ਰਮਈਆ ਸਭ ਮਹਿ ਚੀਨਾ। ਘਾਟ ਘਾਟ ਵਿੱਚ ਉਸ ਰਮੇ ਹੋਏ RAM ਨੂੰ ਜਾਣਨਾ ਕਰ। ਏਨ ਵਿਦ ਰਮਹੁ ਗੋਪਾਲ ਗੋਬਿੰਦ। ਇਨ ਵਿਦ ਇਉਂ ਇਸ ਪ੍ਰਕਾਰ ਨਾਲ ਰਮੋ, ਉਹਦੇ ਚ ਰਮ ਜਾਓ। ਕਿਹਦੇ ਚ ਜੀ? ਜਿਹੜਾ ਸਾਰੇ ਜਗਤ ਨੂੰ ਪਾਲਣ ਵਾਲਾ ਗੋਪਾਲ ਹੈ। ਗੋਬਿੰਦ ਜਿਹੜਾ ਸਾਰੇ ਜੀਵਾਂ ਨੂੰ ਚੇਤਨਾ ਦੇਣ ਵਾਲਾ ਹੈ। ਹੇ ਭਾਈ ਇਸ ਪ੍ਰਕਾਰ ਨਾਲ ਉਹਦੇ ਚ ਰਮ ਜਾਓ, ਅਭੇਦ ਹੋ ਜਾਓ। ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ। ਇਹ ਜਾਣੋ ਕਿ ਇਹ ਤਨ ਧਨ ਜੋ ਵੀ ਹੈ ਸਾਡੇ ਪਾਸ, ਇਹ ਜਿੰਦ, ਇਹ ਪ੍ਰਾਣ, ਇਹ ਸਭ ਕੁਝ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦਾ, ਉਸੇ ਦਾ ਹੈ। ਇਹ ਤਨ ਵੀ ਧਨ ਵੀ, ਔਰ ਇਹਦੇ ਚ ਚੱਲ ਰਹੀ ਜਿਹੜੀ ਜਿੰਦ ਹੈ, ਚੇਤਨਾ, ਇਹ ਵੀ ਉਸੇ ਦੀ ਹੈ। ਹਾਂਜੀ। ਰਹਾਉ ਆਠ ਪਹਿਰ ਹਰ ਕੇ ਗੁਣ ਗਾਓ। ਹੇ ਭਾਈ ਅਠੇ ਪੈਰ ਨਿਰੰਤਰ ਇੱਕ ਰਸ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਗਾਓ। ਆਠ ਪਹਿਰ ਹਰ ਕੇ ਗੁਣ ਗਾਓ। ਅਠੇ ਪੈਰ ਨਿਰੰਤਰ ਇੱਕ ਰਸ ਹਰੀ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਜੀ ਪ੍ਰਾਨ ਕੋ ਇਹ ਸੁਆਓ। ਸਾਡੇ ਜੀ ਤੇ ਪ੍ਰਾਣਾਂ ਦਾ ਇਹੀ ਪ੍ਰਯੋਜਨ ਹੈ। ਸੁਆਓ ਦਾ ਮਤਲਬ ਹੁੰਦਾ ਪ੍ਰਯੋਜਨ। ਸਾਨੂੰ ਪਰਮੇਸ਼ਰ ਨੇ ਪ੍ਰਾਣ ਦਿੱਤੇ ਨੇ, ਆ ਜੀਵਨ ਸੱਤਾ ਦਿੱਤੀ, ਇਹਦਾ ਪ੍ਰਯੋਜਨ ਕੀ ਹੈ? ਇਹਦਾ ਮਨੋਰਥ ਕੀ ਹੈ? ਕਿਉਂ ਮਿਲੇ ਨੇ? ਇਸ ਕਰਕੇ ਪ੍ਰਾਪਤ ਹੋਏ ਨੇ ਕਿ ਅਠੇ ਪੈਰ ਉਸ ਨਿਰੰਕਾਰ ਪਰਮੇਸ਼ਰ ਦੇ ਗੁਣ ਗਾਈਏ। ਇਹ ਸਾਡਾ ਪ੍ਰਯੋਜਨ ਹੈ, ਇਹ ਸਾਡਾ ਮਨੋਰਥ ਹੈ। ਤਾਜ ਅਭਿਮਾਨ ਜਾਨ ਪ੍ਰਭ ਸੰਗ। ਇਹ ਭਾਈ ਆਪਣੇ ਅਭਿਮਾਨ ਨੂੰ ਛੱਡ ਤੇ ਇਹ ਜਾਣ ਕਿ ਉਹ ਪ੍ਰਭੂ ਸਾਡੇ ਨਾਲ ਹੈ, ਅੰਗ ਸੰਗ ਹੈ। ਇਹ ਜਾਣ ਅਭਿਮਾਨ ਕਾਹਦਾ? ਉਸ ਪ੍ਰਭੂ ਨੂੰ ਆਪਣੇ ਅੰਗ ਸੰਗ ਜਾਣ ਤੇ ਆਪਣਾ ਅਭਿਮਾਨ ਛੱਡ, ਆਪਣੀ ਮੈਂ ਮੇਰੀ ਦਾ ਤਿਆਗ ਕਰ। ਸਾਧ ਪ੍ਰਸਾਦ ਹਰ ਸਿਆ ਮਨ ਰੰਗ। ਸਾਧੂ ਜਨਾਂ ਦੀ ਕਿਰਪਾ ਦੁਆਰਾ ਹਰੀ ਨਾਲ ਆਪਣੇ ਇਸ ਮਨ ਨੂੰ ਰੰਗ ਲੈ। ਹਰ ਸਿਉ ਮਨ ਰੰਗ। ਸਾਧੂ ਜਨਾਂ ਦੀ ਕਿਰਪਾ ਨਾਲ ਹਰੀ ਦੇ ਪ੍ਰੇਮ ਰੰਗ ਵਿੱਚ ਆਪਣੇ ਇਸ ਮਨ ਨੂੰ ਰੰਗਣਾ ਕਰ। ਜਿਨ ਤੂੰ ਕੀਆ ਤਿਸ ਕਾਉ ਜਾਨ। ਜਿਸ ਨੇ ਤੈਨੂੰ ਕੀਤਾ ਉਹਨੂੰ ਜਾਣ। ਜਿਹਨੇ ਤੈਨੂੰ ਬਣਾਇਆ, ਤੂੰ ਇਹ ਕੇਵਲ ਮਨੁੱਖ ਹੀ ਜਾਣ ਸਕਦਾ ਹੈ। ਜਾਨਵਰ ਨਹੀਂ ਜਾਣ ਸਕਦਾ, ਪਸ਼ੂ ਨਹੀਂ ਜਾਣ ਸਕਦਾ, ਪੰਛੀ ਨਹੀਂ ਜਾਣ ਸਕਦਾ। ਇਹ ਇਕੱਲਾ ਮਨੁੱਖ ਹੀ ਜਾਣ ਸਕਦਾ ਵੀ ਜਿਸ ਨੇ ਇਹਨੂੰ ਕੀਤਾ ਉਹਨੂੰ ਜਾਣੇ। 84 ਲੱਖ ਜੂਨੀਆਂ ਵਿੱਚ ਸਭ ਤੋਂ ਸਰਬ ਸ੍ਰੇਸ਼ਟ ਤੇ ਸਰਵੋਤਮ ਜੂਨੀ ਮਨੁੱਖ ਦੀ ਹੈ। ਕੀ ਹੈ ਐਸਾ ਮਨੁੱਖ ਵਿੱਚ ਕਿ ਸਭ ਤੋਂ ਸ੍ਰੇਸ਼ਟ ਜੂਨੀ ਇਹਨੂੰ ਪ੍ਰਾਪਤ ਹੈ? ਸਰਵੋਤਮਤਾ ਮਨੁੱਖ ਨੂੰ ਪ੍ਰਾਪਤ ਹੈ। ਵੇਖੀਏ ਕਿ ਬੰਦਾ ਬਲੀ ਹੈ, ਇਹ ਤਾਕਤਵਰ ਹੈ, ਇਸ ਕਰਕੇ ਇਹਨੂੰ ਸਰਬ ਸ੍ਰੇਸ਼ਟ ਕਿਹਾ। ਪਰ ਇਹਦੇ ਨਾਲੋਂ ਕਈ ਗੁਣਾ ਜ਼ਿਆਦੇ ਬਲ ਵਾਲੇ ਤਾਂ ਜਾਨਵਰ ਨੇ। ਮਨੁੱਖ ਨਾਲੋਂ ਕਈ ਗੁਣਾ ਵੱਧ ਤਾਕਤ ਬਲ ਤਾਂ ਜਾਨਵਰਾਂ ਵਿੱਚ ਹੈ।
ਇਹ ਉੱਡ ਨਹੀਂ ਸਕਦਾ। ਪੰਛੀਆਂ ਨੂੰ ਪਰਮੇਸ਼ਰ ਨੇ ਸਮਰੱਥਾ ਦਿੱਤੀ, ਉੱਡ ਸਕਦੇ ਨੇ, ਉਹਦੇ ਵਿੱਚ ਵੀ ਸਰਬੋਤਮ ਨੇ ਪੰਛੀ ਇਹਦੇ ਤੋਂ। ਕਿਤਨੇ ਜੀਵ ਨੇ। ਮਨੁੱਖ ਵਿੱਚ ਐਸਾ ਕੀ ਸੀ ਕਿ ਇਹਨੂੰ 84 ਲੱਖ ਜੂਨੀਆਂ ਦਾ ਰਾਜਾ ਕਿਹਾ ਜਾਂਦਾ। ਮਨੁੱਖ ਵਿੱਚ ਪਰਮੇਸ਼ਰ ਨੇ ਇੱਕੋ ਦਾਨ ਦਿੱਤਾ ਹੋਇਆ ਵੱਧ, ਉਹ ਹੈ ਵਿਵੇਕ ਦਾ ਦਾਨ। ਜਿਸ ਵਿੱਚ ਵਿਵੇਕ ਹੈ ਉਹ ਸਭ ਤੋਂ ਸ੍ਰੇਸ਼ਟ ਹੈ। ਜਾਨਵਰਾਂ ਵਿੱਚ ਵਿਵੇਕ ਨਹੀਂ ਹੈ। ਵਿਵੇਕ ਕਹਿੰਦੇ ਵਿਚਾਰ ਨੂੰ। ਜਾਨਵਰ ਵਿਚਾਰ ਨਹੀਂ ਕਰ ਸਕਦੇ, ਮਨੁੱਖ ਵਿਚਾਰ ਕਰ ਸਕਦਾ। ਵਿਚਾਰ ਦੀ ਸ਼ਕਤੀ ਇਤਨੀ ਪ੍ਰਬਲ ਹੈ ਕਿ ਉਸ ਵਿਚਾਰ ਦੀ ਸ਼ਕਤੀ ਨਾਲ ਇਹਨੇ ਆਖਿਆ ਜੇ ਪੰਛੀ ਉੱਡ ਸਕਦੇ ਨੇ ਤੇ ਮੈਂ ਵੀ ਕੋਈ ਇਹੋ ਜਿਹਾ ਸਾਧਨ ਬਣਾਵਾਂ ਕਿ ਉੱਡ ਸਕਾਂ। ਇਹਨੇ ਜਹਾਜ਼ ਬਣਾ ਲਏ। ਵਿਚਾਰ ਦੀ ਸ਼ਕਤੀ ਸੀ ਨਾ, ਵਿਚਾਰਿਆ ਹੀ ਦਿਮਾਗ ਲਾ ਕੇ। ਉਹ ਵਿਵੇਕ ਕੇਵਲ ਮਨੁੱਖ ਵਿੱਚ ਸੀ। ਇਹਨੇ ਵੇਖਿਆ ਵੀ ਜਾਨਵਰ ਬਲੀ ਨੇ, ਇਹਨਾਂ ਬਲੀ ਜਾਨਵਰਾਂ ਨੂੰ ਕਾਬੂ ਕਿਵੇਂ ਕੀਤਾ ਜਾ ਸਕਦਾ। ਇਹਨੇ ਉਦਾਂ ਦੇ ਸਾਧਨ ਤਿਆਰ ਕਰ ਲਏ। ਤੋ ਜੇ ਵਿਵੇਕ ਨਹੀਂ ਕਿਸੇ ਮਨੁੱਖ ਵਿੱਚ ਤਾਂ ਉਹ ਮਨੁੱਖ ਉਹਨਾਂ ਜਾਨਵਰਾਂ ਤੋਂ ਨੀਚ ਹੈ। ਇੱਕ ਮਨੁੱਖ ਹੀ ਜਾਣ ਸਕਦਾ ਹੈ ਕਿ ਜਿਸ ਨੇ ਕੀਤਾ ਉਹਨੂੰ ਜਾਣੇ, ਜਿਸ ਨੇ ਬਣਾਇਆ ਹੈ ਇਸ ਨੂੰ ਇਹ ਉਸ ਨੂੰ ਜਾਣੇ। ਆਗੈ ਦਰਗਹ ਪਾਵੈ ਮਾਨ। ਤੇ ਜਿਹੜਾ ਉਸ ਪਰਮਾਤਮਾ ਨੂੰ ਜਾਣ ਲੈਂਦਾ ਉਹ ਅੱਗੇ ਨਿਰੰਕਾਰ ਦੀ ਦਰਗਾਹ ਵਿੱਚ, ਅਕਾਲ ਪੁਰਖ ਦੇ ਘਰ ਵਿੱਚ ਮਾਣ ਪਾਉਂਦਾ ਹੈ। ਮਨ ਤਨ ਨਿਰਮਲ ਹੋਏ ਨਿਹਾਲ। ਉਹਦਾ ਮਨ ਵੀ ਨਿਰਮਲ, ਉਹਦਾ ਤਨ ਵੀ ਨਿਰਮਲ ਹੋ ਜਾਂਦਾ ਤੇ ਉਹ ਨਿਹਾਲ ਹੋ ਜਾਂਦਾ ਹੈ। ਰਸਨਾ ਨਾਮ ਜਪਤ ਗੋਪਾਲ। ਕਹਿੰਦੇ ਜੀ ਕਿਹਦਾ ਮਨ ਤਨ ਨਿਰਮਲ ਹੁੰਦਾ, ਕਿਹੜਾ ਨਿਹਾਲ ਹੁੰਦਾ। ਪਾਤਸ਼ਾਹ ਕਹਿੰਦੇ ਜਿਹੜਾ ਆਪਣੀ ਰਸਨਾ ਨਾਲ ਉਸ ਗੋਪਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ। ਕਰ ਕਿਰਪਾ ਮੇਰੇ ਦੀਨ ਦਇਆਲਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਦੀਨ ਦਿਆਲ ਸਾਹਿਬ, ਸਾਡੇ ਤੇ ਆਪਣੀ ਕਿਰਪਾ ਕਰੋ। ਸਾਧੂ ਕੀ ਮਨ ਮੰਗੈ ਰਵਾਲਾ। ਮੇਰਾ ਇਹ ਮਨ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਦਾ। ਮਹਾਰਾਜ ਕਿਰਪਾ ਕਰਕੇ ਆਪਣੇ ਬਖਸ਼ਿਆ ਹੋਇਆਂ ਦਾ ਮੇਲਾ ਬਖਸ਼ੋ, ਉਹਨਾਂ ਦੀ ਸੰਗਤ ਬਖਸ਼ੋ। ਹੋ ਦਇਆਲ ਦੇਹੋ ਪ੍ਰਭ ਦਾਨ। ਇਹ ਦਿਆਲੂ ਪ੍ਰਭੂ ਕਿਰਪਾ ਕਰਕੇ ਸਾਨੂੰ ਐਸਾ ਅੰਮ੍ਰਿਤ ਦਾਨ ਬਖਸ਼ੋ। ਨਾਨਕ ਜਪ ਜੀਵੈ ਪ੍ਰਭ ਨਾਮ। ਇਹ ਦਾਨ ਬਖਸ਼ੋ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਮੈਂ ਤੁਹਾਡੇ ਅੰਮ੍ਰਿਤ ਨਾਮ ਨੂੰ ਜਪ ਜਪ ਕੇ ਜੀਵਾਂ। ਇਹ ਦਾਨ ਆਪ ਜੀ ਕਿਰਪਾ ਕਰਕੇ ਸਾਨੂੰ ਬਖਸ਼ ਕੇ ਨਵਾਜੋ। ਗਰੀਬ ਨਵਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।